आप लिहो तुम कथा सुधारी। सतनाम श्री वाहिगुरु साहिब जी। दोहरा दीपमाल को दिवस तब आए समीप पशान, श्री ਅੰਮ੍ਰਿਤਸਰ ਦਰਸ ਕੋ ਇੱਛਾ ਪਈ ਮਹਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਦੇ ਦਰਬਾਰ 'ਚ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ 'ਚ ਸੋਧਾ ਰਹਿ ਰਾਜ ਸਾਹਿਬ ਦੇ ਪਾਠ ਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਛੇਵੇਂ ਪਾਤਸ਼ਾਹ ਜੀ ਦੀ ਪਾਵਨ ਕਥਾ ਨਾਲ ਜੁੜ ਜਾਈਏ। ਮਹਾਰਾਜ ਬਾਬਾ ਬੁੱਢਾ ਜੀ ਦੇ ਅਕਾਲ ਚਲਾਣੇ ਤੇ ਰਮਦਾਸ ਪਿੰਡ ਗਏ ਹਨ। ਬਾਬਾ ਜੀ ਨੂੰ ਦਰਸ਼ਨ ਦਿੱਤੇ ਹਨ ਤੇ ਬਾਬਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਕਰਦਿਆਂ ਜੋਤੀ ਜੋਤ ਸਮਾ ਗਏ ਤੇ ਫਿਰ ਬਾਬਾ ਜੀ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕਰਕੇ 13 ਦਿਨ ਉਹਨਾਂ ਦੇ ਨਿਮਿਤ ਗੁਰਬਾਣੀ ਦਾ ਜਾਪ ਕਰਵਾਇਆ ਤੇ 13ਵੇਂ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪਾ ਕੇ ਬੜਾ ਵੱਡਾ ਲੰਗਰ ਕਰਕੇ ਹੋਰ ਕਈ ਦਿਨ ਇੱਥੇ ਮਹਾਰਾਜ ਠਹਿਰੇ। ਫਿਰ ਇੱਕ ਦਿਨ ਬਾਬਾ ਭਾਨਾ ਜੀ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ, ਸਾਰੀ ਫੌਜ ਸ੍ਰੀ ਡੇਰਾ ਬਾਬਾ ਨਾਨਕ ਤੇ ਕਰਤਾਰਪੁਰ ਸਾਹਿਬ ਗੁਰਦੁਆਰਿਆਂ ਦੇ ਦਰਸ਼ਨ ਕਰਨ ਵੀ ਗਏ। ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮ ਚੰਦ ਜੀ ਨੂੰ ਮਿਲੇ। ਬਾਬਾ ਮੇਹਰ ਚੰਦ, ਬਾਬਾ ਮਾਣਕ ਚੰਦ ਜੀ, ਗੁਰੂ ਨਾਨਕ ਸਾਹਿਬ ਦੇ ਪੜਪੋਤਰੇ, ਉਹਨਾਂ ਨੂੰ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਦੇ ਪੜਪੋਤਰੇ ਜਾਣ ਕੇ ਦੋਵਾਂ ਭਾਈਆਂ ਨੂੰ ਜੋੜੀ ਜੋੜੀ ਕੰਗਣਾਂ ਦੀ ਸੋਨੇ ਦੇ ਕੜਿਆਂ ਦੀ ਪਾਈ ਹੈ। ਨਾਲ 1000 ਰੁਪਈਆ ਡੇਰਾ ਬਾਬਾ ਨਾਨਕ ਦੇ ਲੰਗਰ ਵਾਸਤੇ ਮੱਥਾ ਟੇਕਿਆ, ਦਰਸ਼ਨ ਭੇਟ ਕੀਤੀ ਹੈ। ਉੱਥੋਂ ਵਾਪਸ ਰਮਦਾਸ ਆ ਗਏ ਨੇ। ਰੋਜ਼ ਗੁਰੂ ਸਾਹਿਬ ਸ਼ਿਕਾਰ ਖੇਡਣ ਵੀ ਜਾਂਦੇ ਨੇ ਰਮਦਾਸ ਦੇ ਇਲਾਕੇ 'ਚ, ਰਾਵੀ ਦੇ ਕਿਨਾਰੇ 'ਤੇ, ਅਤੇ ਸੰਗਤਾਂ ਨੂੰ ਉਪਦੇਸ਼ ਵੀ ਦਿੰਦੇ ਨੇ। ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ। ਮੇਰੇ ਚੋਜੀ ਪ੍ਰੀਤਮ ਸਤਿਗੁਰੂ ਜੀ ਹੁਣ ਅੱਗੇ ਕੀ ਕਰਨਗੇ, ਆਓ ਕਥਾ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੀਪਮਾਲ ਕੋ ਦਿਵਸ ਤਬ ਦੀਵਾਲੀ ਦਾ ਸਾਧ ਸੰਗਤ ਜੀ ਦਿਹਾੜਾ ਨੇੜੇ ਆ ਗਿਆ। ਆਏ ਸਮੀਪ ਪਛਾਨ, ਦੀਪਮਾਲਾ ਦਾ ਦਿਨ ਨੇੜੇ ਆਇਆ ਜਾਣ ਕੇ ਸ਼੍ਰੀ ਅੰਮ੍ਰਿਤਸਰ ਦਰਸ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਹੋਈ ਹੈ। ਇੱਛਾ ਪਈ ਮਹਾਨ। ਸਾਰਿਆਂ ਦੇ ਮਨ ਵਿੱਚ ਇੱਛਾ ਹੋਈ ਵੀ ਦੀਵਾਲੀ ਦਾ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਕਰੀਏ। ਕਹਿੰਦੇ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਇਹ ਮਸ਼ਹੂਰ ਹੈ ਗੱਲ। ਅੰਮ੍ਰਿਤਸਰ ਦੀ ਦੀਵਾਲੀ ਇਹ ਗੁਰੂ ਪੰਜਵੇਂ ਪਾਤਸ਼ਾਹ ਬਾਬਾ ਬੁੱਢਾ ਜੀ ਦੇ ਬਚਨ ਨਾਲ ਹੀ ਸ਼ੁਰੂ ਕੀਤੀ ਸੀ। ਸੋ ਉੱਥੇ ਹਰ ਸਾਲ ਦੀਵਾਲੀ ਦਾ ਮੇਲਾ ਲੱਗਦਾ ਹੈ। ਸੰਗਤਾਂ ਦੀਪਮਾਲਾ ਦੇ ਮੇਲੇ 'ਤੇ ਦਰਸ਼ਨ ਕਰਦੀਆਂ, ਹਰਿਮੰਦਰ ਸਾਹਿਬ ਦੇ ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਕਰਦੀਆਂ ਹਨ। ਹਾਂਜੀ। ਚਾਹ ਪਈ ਬਿਧੀ ਚੰਦ ਭਾਈ ਗੁਰਦਾਸ, ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ, ਇਤਿਆਦਿਕ ਸਿੱਖ ਅਪਰਜੇ ਪਾਸ, ਜਿਹੜੇ ਗੁਰੂ ਸਾਹਿਬ ਦੇ ਨੇੜੇ ਹੋਰ ਵੀ ਸਿੱਖ ਹਨ ਇਹੋ ਜਿਹੇ। ਹਾਥ ਜੋੜ ਸਭ ਹੁਣ ਸੁਨਾਇਓ, ਉਹਨਾਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ, ਸ਼੍ਰੀ ਗੁਰ ਸੁਨਹੁ ਸਭਨ ਮਨ ਭਾਇਓ। ਇਹ ਸੱਚੇ ਪਾਤਸ਼ਾਹ ਜੀ, ਸਾਰੀ ਸੰਗਤ ਦੇ ਮਨ 'ਚ ਇੱਛਾ ਬਣੀ ਹੈ। ਦਰਸ਼ਨ ਸਭਾ ਸਦਾ ਸਰ ਚਾਹਤ, ਜਿੰਨੀਆਂ ਵੀ ਫੌਜਾਂ ਹਨ ਗੁਰੂ ਕੀਆਂ ਔਰ ਜਿੰਨੀ ਗੁਰੂ ਕੀ ਸਿੱਖ ਸੰਗਤ ਹੈ, ਸਾਰੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨਾ ਚਾਹੁੰਦੇ ਹਨ। ਚਾਹੋ ਦਿਸ਼ ਕੋ ਨਰ ਮੇਲ ਉਮਾਹਤ, ਕਿਉਂਕਿ ਸਾਰੀਆਂ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਅੰਮ੍ਰਿਤਸਰ ਦੀਵਾਲੀ ਦੇ ਮੇਲੇ 'ਤੇ। ਆਪਸ ਵਿੱਚ ਦਰਸ਼ਨ ਮੇਲੇ ਹੁੰਦੇ ਨੇ। ਸਾਧ ਸੰਗਤ ਜੀ, ਜੋੜ ਮੇਲਿਆਂ ਦਾ ਬੜਾ ਵੱਡਾ ਲਾਭ ਹੈ। ਜੋੜ ਮੇਲਿਆਂ 'ਤੇ ਆਪਸੀ ਕੌਮੀ ਭਾਈਚਾਰਾ ਕਾਇਮ ਹੁੰਦਾ। ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ, ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ, ਮਾਘੀ ਸ੍ਰੀ ਮੁਕਤਸਰ ਸਾਹਿਬ, ਵਿਸਾਖੀ ਦਮਦਮਾ ਸਾਹਿਬ, ਦੁਸਹਿਰਾ ਹਜ਼ੂਰ ਸਾਹਿਬ। ਇਸ ਤਰ੍ਹਾਂ ਜਿਹੜੇ ਜੋੜ ਮੇਲੇ ਲੱਗਦੇ ਨੇ, ਉਹਨਾਂ ਜੋੜ ਮੇਲਿਆਂ 'ਤੇ ਪੰਥ ਇਕੱਠਾ ਹੁੰਦਾ, ਇੱਕ ਦੂਜੀ ਨਾਲ ਵਿਚਾਰਾਂ ਹੁੰਦੀਆਂ ਨੇ।
ਪੰਥ ਦਾ ਪ੍ਰਤਾਪ ਵੱਧਦਾ। ਜਿਹੜੀ ਅਗਲੀ ਪਨੀਰੀ ਹੁੰਦੀ ਹੈ, ਬੱਚੇ ਹੁੰਦੇ ਨੇ, ਉਹ ਵੀ ਉਹਨਾਂ ਜੋੜ ਮੇਲਿਆਂ ਤੋਂ ਸਿੱਖੀ ਦੀ ਗੁੜਤੀ ਲੈ ਲੈਂਦੇ ਨੇ। ਫਿਰ ਗਾਂਹ ਦੀ ਗਾਂਹ ਸਿੱਖੀ ਫੈਲਦੀ ਰਹਿੰਦੀ ਹੈ। ਆਪਾਂ ਵੀ ਇੱਧਰ ਬਾਹਰਲੇ ਮੁਲਕਾਂ 'ਚ ਰਹਿੰਦੇ ਹਾਂ, ਪਰ ਜਦੋਂ ਨਗਰ ਕੀਰਤਨ ਕਰਦੇ ਹਾਂ ਤਾਂ ਬੱਚਿਆਂ ਨੂੰ ਬੜਾ ਉਤਸ਼ਾਹ ਮਿਲਦਾ। ਗੁਰਦੁਆਰਿਆਂ 'ਚ ਕੀਰਤਨ ਦਰਬਾਰ ਹੁੰਦੇ ਨੇ, ਸੰਗਤਾਂ ਮਿਲਦੀਆਂ, ਇੱਕ ਦੂਜੀ ਨੂੰ ਸਿੱਖੀ ਦਾ ਵਾਧਾ ਹੁੰਦਾ। ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਜੀ ਦੀ ਬੇਨਤੀ ਮੰਨ ਕੇ ਸਭ ਤੋਂ ਪਹਿਲਾਂ ਵਿਸਾਖੀ ਦਾ ਮੇਲਾ ਗੋਇੰਦਵਾਲ ਸਾਹਿਬ ਲਾਇਆ ਸੀ। ਉਹ ਤਾਂ ਲਾਇਆ ਸੀ ਵੀ ਗੁਰੂ ਕੇ ਸਿੱਖ ਇਕੱਠੇ ਹੋਣਗੇ, ਆਪਸ 'ਚ ਇੱਕ ਦੂਜੀ ਨਾਲ ਜਾਣਕਾਰੀ ਬਣੇਗੀ, ਪਿਆਰ ਬਣੇਗਾ, ਕੌਮੀ ਭਾਈਚਾਰਾ ਬਣੇਗਾ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਬਾਬਾ ਬੁੱਢਾ ਜੀ ਨੇ ਅੰਮ੍ਰਿਤਸਰ 'ਚ ਵਿਸਾਖੀ ਦਾ ਮੇਲਾ ਜਾਰੀ ਰੱਖਿਆ ਅਤੇ ਦੀਵਾਲੀ ਦਾ ਵੀ ਨਾਲ ਸ਼ੁਰੂ ਕਰਤਾ। ਇਹ ਦੋ ਜਿਹੜੇ ਮੇਲੇ ਨਾ ਸਾਡੇ ਹਿੰਦੁਸਤਾਨ ਦੇ ਪੁਰਾਣੇ ਮੇਲੇ ਹਨ। ਵਿਸਾਖੀ ਤੇ ਜ਼ਿਮੀਂਦਾਰ ਖੇਤੀਬਾੜੀ ਕਰਕੇ ਆਪਣਾ ਸਾਰਾ ਮਾਲ ਟਾਂਡਾ ਸਾਂਭ ਕੇ ਵਿਹਲਾ ਹੋ ਜਾਂਦਾ ਹੈ, ਤੂੜੀ ਤੰਦ ਸਾਂਭ ਕੇ ਵਿਹਲਾ ਹੋ ਜਾਂਦਾ ਅਤੇ ਉਹ ਫਿਰ ਮੇਲਾ ਮਨਾਉਂਦਾ। ਪੰਜਾਬੀ ਕਲਚਰ ਦਾ ਵੀ, ਪੰਜਾਬੀ ਸੱਭਿਆਚਾਰ ਦਾ ਵੀ ਇਹ ਪ੍ਰਸਿੱਧ ਮੇਲਾ ਹੈ। ਗੁਰੂ ਘਰ ਆਵੇਗਾ, ਸਿੱਖੀ ਨਾਲ ਜੁੜੇਗਾ, ਬਾਣੀ ਪੜ੍ਹੇਗਾ, ਲੰਗਰ ਦੀ ਸੇਵਾ ਕਰੇਗਾ ਸਿੱਖ, ਉਹਦਾ ਲੋਕ ਵੀ ਸੁਧਰੇਗਾ, ਉਹਦਾ ਪਰਲੋਕ ਵੀ ਸੁਧਰੇਗਾ। ਦੀਪਮਾਲਾ ਦਾ ਮੇਲਾ ਵੀ ਹਿੰਦੁਸਤਾਨ ਦਾ ਪੁਰਾਣਾ ਮੇਲਾ ਹੈ, ਪਰ ਗੁਰੂ ਸਾਹਿਬ ਜੀ ਨੇ ਗੁਰੂ ਘਰ 'ਚ ਮਨਾਉਣ ਦੀ ਰੀਤੀ ਉਦੋਂ ਚਲਾਈ ਜਦੋਂ ਬਾਬਾ ਬੁੱਢਾ ਜੀ ਨੇ ਵੇਖਿਆ ਵੀ ਛੇਵੇਂ ਪਾਤਸ਼ਾਹ ਸਮੇਤ ਫੌਜਾਂ ਦੇ 52 ਰਾਜਿਆਂ ਨੂੰ ਛੁਡਾ ਕੇ ਗਵਾਲੀਅਰ ਤੋਂ ਵਾਪਸ ਆਏ। ਬੰਦੀ ਛੋੜ ਦਾਤਾ ਜੀ ਦੀ ਸ੍ਰੀ ਅੰਮ੍ਰਿਤਸਰ ਦੇ ਆਮਦ ਹੋਈ ਅਤੇ ਇਹ ਸਾਧ ਸੰਗਤ ਜੀ ਮੇਲਾ ਸ਼ੁਰੂ ਹੋਇਆ। ਸੋ ਹੁਣ ਦੀਵਾਲੀ ਦਾ ਮੇਲਾ ਨੇੜੇ ਆ ਰਿਹਾ ਅਤੇ ਸੰਗਤ ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ ਸਾਰੇ ਕਹਿੰਦੇ ਵੀ ਆਪਾਂ ਐਤਕੀ ਦੀਵਾਲੀ ਅੰਮ੍ਰਿਤਸਰ ਚੱਲ ਕੇ ਮਨਾਈਏ। ਦੀਪਮਾਲ ਕਾ ਦਿਨ ਨਿਆਰਾਵਾ, ਦੀਪਮਾਲਾ ਦਾ ਦਿਨ ਨੇੜੇ ਆ ਰਿਹਾ ਹੈ। ਜਾਂ ਤੇ ਅਦਕ ਰਿਦਾ ਲਲਚਾਵਾ। ਇਸ ਕਰਕੇ ਮਨ ਵਿੱਚ ਬੜੀ ਇੱਛਾ ਹੋਈ ਹੈ। ਸਾਰੀ ਸੰਗਤ, ਸਾਰੀ ਫੌਜ, ਗੁਰੂ ਦੀ ਸ਼ਸਤਰਧਾਰੀ ਯੋਧੇ ਵੀ ਅਤੇ ਸਿਵਲ ਗੁਰੂ ਕੀ ਸੰਗਤ ਸਾਰੇ ਚਾਹੁੰਦੇ ਆ ਵੀ ਅੰਮ੍ਰਿਤਸਰ ਚੱਲ ਮੇਲਾ ਮਨਾਈਏ। ਸ਼੍ਰੀ ਹਰਗੋਬਿੰਦ ਸਨ ਕਰਬਾਨੀ। ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ ਜੀ ਵਰਗੇ ਗੁਰਸਿੱਖਾਂ ਦੇ ਬਚਨ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਅੱਛੀ ਬਾਤ ਕਹੀ ਤਬ ਮਾਨੀ। ਕਹਿਣ ਲੱਗੇ ਅੱਛੀ ਗੱਲ ਕਹੀ ਹੈ, ਚੰਗਾ ਬਚਨ ਕੀਤਾ, ਮੰਨਣ ਯੋਗ ਹੈ ਇਹ ਬਚਨ ਤੁਹਾਡਾ। ਹੋਤ ਪ੍ਰਭਾਤ ਕਰ ਹੈ ਪ੍ਰਸਥਾਨਾ। ਕੱਲ ਸਵੇਰ ਹੁੰਦਿਆਂ ਆਪਾਂ ਪ੍ਰਸਥਾਨ ਕਰਾਂਗੇ, ਕੱਲ ਇੱਥੋਂ ਚੱਲਾਂਗੇ। ਸਭਿਨ ਭਇਓ ਮਨ ਆਨੰਦ ਮਹਾਨਾ। ਸਾਰਿਆਂ ਦੇ ਮਨ 'ਚ ਬੜੀ ਖੁਸ਼ੀ ਹੋਈ, ਪ੍ਰਸੰਨਤਾ ਹੋਈ ਹੈ। ਇਮ ਕਹਿ ਦਿਨ ਅਰ ਨਿਸਾ ਬਿਤਾਈ। ਇਸ ਤਰ੍ਹਾਂ ਕਹਿ ਕੇ ਸਾਧ ਸੰਗਤ ਜੀ ਦਿਨ ਵੀ ਬਤੀਤ ਕੀਤਾ ਤੇ ਰਾਤ ਵੀ ਬਤੀਤ ਕੀਤੀ। ਭਈ ਪ੍ਰਾਤ ਤਿਆਰੀ ਕਰਵਾਈ। ਅਗਲੇ ਦਿਨ ਸਵੇਰੇ ਹੀ ਤਿਆਰੀਆਂ ਕਰ ਲਈਆਂ ਰਮਦਾਸ ਤੋਂ ਅੰਮ੍ਰਿਤਸਰ ਜਾਣ ਦੀਆਂ। ਭਾਨੇ ਕਹਿਓ ਸੁਨੋ ਪ੍ਰਭ ਨਾਥ। ਬਾਬਾ ਭਾਨਾ ਜੀ, ਬਾਬਾ ਬੁੱਢਾ ਜੀ ਦੇ ਪੁੱਤਰ ਹੱਥ ਜੋੜ ਕੇ ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੈਂ ਅਬ ਚਲਾਂ ਆਪ ਕੇ ਸਾਥ। ਮੈਨੂੰ ਵੀ ਨਾਲ ਲੈ ਚੱਲੋ, ਮੈਂ ਵੀ ਆਪ ਜੀ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰ ਲਵਾਂਗਾ। ਇਹ ਉਪਦੇਸ਼ ਪਿਤਾ ਨੇ ਦੀਨਾ। ਮੇਰੇ ਪਿਤਾ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਮੈਨੂੰ ਇਹ ਉਪਦੇਸ਼ ਦਿੱਤਾ ਸੀ ਗੁਰ ਸੰਗਤ ਨਿਤ ਕਰੋ ਪਰਬੀਨਾ। ਕਿ ਗੁਰੂ ਦੀ ਸੰਗਤ ਕਰਨੀ ਹੈ, ਗੁਰੂ ਦਾ ਸਾਥ ਨਹੀਂ ਛੱਡਣਾ, ਹਰ ਵੇਲੇ ਗੁਰੂ ਦੇ ਨੇੜੇ ਰਹਿਣਾ, ਗੁਰੂ ਦੇ ਦਰਸ਼ਨ ਕਰਨੇ, ਬਾਣੀ ਪੜ੍ਹਨੀ, ਨਾਮ ਜਪਣਾ। ਇਹ ਮੇਰੇ ਪਿਤਾ ਬਾਬਾ ਬੁੱਢਾ ਜੀ ਦੀ ਸਿੱਖਿਆ ਹੈ ਮੈਨੂੰ। ਸੋ ਮੈਂ ਕਰੋ ਨਾ ਤਿਆਗੋ ਕਬੈ। ਇਸ ਕਰਕੇ ਮੈਂ ਹੁਣ ਇਹ ਸਿੱਖਿਆ ਦਾ ਧਾਰਨੀ ਹੋ ਕੇ ਤੁਹਾਡਾ ਸਾਥ ਨਹੀਂ ਛੱਡਾਂਗਾ, ਹਰ ਵੇਲੇ ਤੁਹਾਡੇ ਚਰਨਾਂ ਵਿੱਚ ਰਵਾਂਗਾ, ਮੈਨੂੰ ਨਾਲ ਲੈ ਚੱਲੋ। ਦੇਹੋ ਆਇਸ ਹੋਵੋ ਸੰਗ ਅਬੈ। ਮੈਨੂੰ ਆਗਿਆ ਦਿਓ ਮੈਂ ਨਾਲ ਹੋ ਪਵਾਂ, ਨਾਲ ਚੱਲ ਪਵਾਂ। ਸ਼੍ਰੀ ਗੁਰੂ ਤਿਸ ਕੋ ਧੀਰਜ ਦਇਓ। ਬਾਬਾ ਭਾਨਾ ਜੀ ਦਾ ਬਚਨ ਸੁਣ ਕੇ ਸਤਿਗੁਰੂ ਜੀ ਭਾਈ ਭਾਨੇ ਨੂੰ ਧੀਰਜ ਦਿੰਦੇ ਹਨ, ਹੌਸਲਾ ਦਿੰਦੇ ਹਨ। ਬ੍ਰਿਧ ਸਾਹਿਬ ਪਰਲੋਕ ਅਬ ਭਇਓ। ਮਹਾਰਾਜ ਕਹਿੰਦੇ ਭਾਈ ਭਾਨਾ ਜੀ, ਪਿਤਾ ਜੀ ਬਾਬਾ ਬੁੱਢਾ ਸਾਹਿਬ ਜੀ ਹੁਣ ਪਰਲੋਕ ਗਮਨ ਕਰਕੇ ਗਏ ਨੇ। ਥੋੜ੍ਹੇ ਦਿਨ ਪਹਿਲਾਂ ਹੀ ਬਾਬਾ ਬੁੱਢਾ ਜੀ ਨੇ ਚੋਲਾ ਛੱਡਿਆ ਹੈ ਤੇ ਸੱਚਖੰਡ ਗਮਨ ਕੀਤਾ ਹੈ।
ਇਹਾ ਰਹਿਨ ਹੀ ਅਬ ਬਨ ਆਵੈ। ਤੇ ਸੰਗਤਾਂ ਬਾਬਾ ਬੁੱਢਾ ਜੀ ਦੇ ਅਫਸੋਸ ਲਈ ਦੂਰੋਂ ਦੂਰੋਂ ਆਉਂਦੀਆਂ ਨੇ। ਇਸ ਕਰਕੇ ਤੁਹਾਨੂੰ ਅਜੇ ਇੱਥੇ ਘਰ ਹੀ ਰਹਿਣਾ ਚਾਹੀਦਾ। ਜਿਹੜੀ ਸੰਗਤ ਤੁਹਾਨੂੰ ਮਿਲਣ ਆਵੇਗੀ ਉਹ ਜਦੋਂ ਤੁਹਾਨੂੰ ਨਹੀਂ ਮਿਲੇਗੀ ਤੇ ਨਿਰਾਸ਼ ਹੋਵੇਗੀ। ਇਸ ਕਰਕੇ ਤੁਸੀਂ ਅਜੇ ਕੁਝ ਮਹੀਨੇ ਆਪਣੇ ਘਰ ਹੀ ਠਹਿਰੋ, ਫਿਰ ਤੁਸੀਂ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰ ਲਿਆ ਜੇ ਤੇ ਸਾਡੇ ਕੋਲ ਵੀ ਆ ਜਾਇਆ ਜੇ। ਜਿੰਨਾ ਚਿਰ ਇਹ ਸੰਗਤਾਂ ਆਉਂਦੀਆਂ ਜਾਂਦੀਆਂ ਰਮਦਾਸ ਪਿੰਡ ਦੇ ਵਿੱਚ, ਉਹਨਾਂ ਚਿਰ ਤੁਸੀਂ ਭਾਈ ਭਾਨਾ ਜੀ ਇੱਥੇ ਹੀ ਠਹਿਰੋ। ਬਾਹਰੋ ਸੰਗ ਰਹਿਨ ਹੀ ਭਾਵੈ। ਫਿਰ ਤੁਸੀਂ ਸਾਡੇ ਨਾਲ ਹੀ ਰਹਿਣਾ ਹੈ। ਇਮ ਕਹਿ ਹਿਆ ਆਰੂੜ ਸੁਆਮੀ। ਇਹ ਤਾਂ ਭਾਈ ਭਾਨਾ ਜੀ ਨੂੰ ਰਮਦਾਸ ਹੀ ਛੱਡ ਕੇ ਬਾਕੀ ਗੁਰਸਿੱਖਾਂ ਨੂੰ ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ, ਹੋਰ ਸੂਰਬੀਰ ਯੋਧਿਆਂ ਨੂੰ ਨਾਲ ਲੈ ਕੇ, ਸੰਗਤਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਚੱਲ ਪਏ ਹਨ। ਪਏ ਸਦਾਸਰ ਮਾਰਗ ਗਾਮੀ। ਸ੍ਰੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ ਤੇ ਅੰਮ੍ਰਿਤਸਰ ਦੇ ਰਾਹ ਪੈ ਗਏ। ਦਿਵਸ ਢਰੇ ਲੱਗ ਪਹੁੰਚੇ ਜਾਏ। ਸਵੇਰ ਦੇ ਚੱਲੇ ਦੁਪਹਿਰੇ ਢਲੇ ਤੱਕ, ਯਾਨੀ ਸ਼ਾਮ ਦੇ 5 ਵਜਦਿਆਂ ਤੱਕ, 6 ਵਜਦਿਆਂ ਤੱਕ ਅੰਮ੍ਰਿਤਸਰ ਵੀ ਆ ਗਏ। ਸ੍ਰੀ ਅੰਮ੍ਰਿਤਸਰ ਰਮਦਾਸ ਤੋਂ ਲਗਭਗ 50-60 ਕਿਲੋਮੀਟਰ ਬਣ ਜਾਂਦਾ ਹੈ। ਸੋ ਇੰਨਾ ਕੁ ਸਫ਼ਰ ਸਤਿਗੁਰੂ ਜੀ ਘੋੜਿਆਂ ਤੇ ਸਵੇਰ ਤੋਂ ਸ਼ਾਮ ਤਾਈਂ ਕਰ ਲਿਆ ਤੇ ਸ਼ਾਮ ਢਲਦਿਆਂ ਨੂੰ ਸ੍ਰੀ ਅੰਮ੍ਰਿਤਸਰ ਪਹੁੰਚ ਗਏ। ਜੰਮੂ ਸੰਗ ਆਈ ਸਮੁਦਾਏ। ਨਾਲ ਫੌਜ ਵੀ ਕਾਫੀ ਮਹਾਰਾਜ ਦੀ, ਜਿੰਨੀ ਫੌਜ ਸੀ ਸਾਰੀ ਨਾਲ ਆ ਗਈ। ਇੱਕ ਸੇਵਕ ਕੋ ਅਗਰ ਪਠਾਇਓ। ਪਹਿਲਾਂ ਹੀ ਇੱਕ ਸੇਵਾਦਾਰ ਨੂੰ ਘੋੜੇ ਤੇ ਤੇਜ਼ ਦੌੜਾ ਕੇ ਅੰਮ੍ਰਿਤਸਰ ਭੇਜ ਦਿੱਤਾ ਸੀ। ਪੰਚਾਮ੍ਰਿਤ ਰਾਸ ਕਰਵਾਇਓ। ਉਹਨੂੰ ਕਹਿਤਾ ਵੀ ਜਾਓ ਉੱਥੇ ਅੰਮ੍ਰਿਤਸਰ ਖਬਰ ਕਰ ਦਿਓ ਵੀ ਛੇਵੇਂ ਪਾਤਸ਼ਾਹ ਜੀ ਆ ਰਹੇ ਨੇ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਖੁੱਲੀਆਂ ਤਿਆਰ ਕਰ ਲਓ। ਹਰਿਮੰਦਰ ਸਾਹਿਬ ਦੇਗਾਂ ਜਾ ਕੇ ਦੇਣੀਆਂ ਨੇ। ਸੋ ਕੜਾਹ ਪ੍ਰਸ਼ਾਦ ਪਹਿਲਾਂ ਹੀ ਤਿਆਰ ਹੋਣ ਦੀ ਮਹਾਰਾਜ ਨੇ ਆਗਿਆ ਕਰ ਦਿੱਤੀ ਸੀ। ਜਿਹੜੇ ਸਿੱਖ ਅੰਮ੍ਰਿਤਸਰ ਸੇਵਾ ਕਰਦੇ ਸੀ, ਅੰਮ੍ਰਿਤਸਰ 'ਚ ਰਹਿੰਦੇ ਸੀ, ਹਰਿਮੰਦਰ ਸਾਹਿਬ ਦੇ ਟਹਿਲੂਏ, ਉਹਨਾਂ ਨੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਵੀ ਕਰ ਲਈਆਂ। ਪ੍ਰਥਮ ਬੈਠ ਕਰ ਚਰਨ ਪਖਾਰੇ। ਪਹਿਲਾਂ ਗੁਰੂ ਸਾਹਿਬ ਜੀ ਸਰੋਵਰ ਤੇ ਨਹੀਂ ਗਏ, ਘੋੜੇ ਤੋਂ ਉਤਰੇ, ਖੂਹ ਤੇ ਗਏ। ਖੂਹ ਤੇ ਆਪਣੇ ਚਰਨ ਧੋਏ ਹਨ ਪਹਿਲਾਂ, ਕਿਉਂਕਿ ਜਦੋਂ ਘੋੜੇ ਤੇ ਆਏ ਨੇ ਲਗਭਗ 50-60 ਮੀਲ ਸਫ਼ਰ ਕੀਤਾ ਤੇ ਉਹ ਮਿੱਟੀ ਘੱਟਾ ਘੋੜੇ ਤੇ ਬੈਠਿਆਂ ਚਰਨਾਂ ਤੇ ਪਿਆ ਸੀ। ਇਸ ਕਰਕੇ ਪਹਿਲਾਂ ਚਰਨ ਧੋਏ ਹਨ ਸਤਿਗੁਰਾਂ ਨੇ। ਕਰਿਓ ਇਸ਼ਨਾਨ ਕੂਪ ਕੇ ਬਾਰੇ। ਤੇ ਫਿਰ ਮਹਾਰਾਜ ਖੂਹ ਤੇ ਇਸ਼ਨਾਨ ਕੀਤਾ। ਸਾਧ ਸੰਗਤ ਜੀ, ਅੰਮ੍ਰਿਤਸਰ ਸਰੋਵਰ ਦਾ ਕਿੰਨਾ ਸਤਿਕਾਰ ਕਰਨਾ ਇਹ ਦੇਖੋ ਗੁਰੂ ਸਾਹਿਬ ਆਪ ਸਿਖਾ ਰਹੇ ਨੇ। ਪਹਿਲਾਂ ਇਸ਼ਨਾਨ ਟੂਟੀਆਂ ਤੇ ਜਾਂ ਖੂਹਾਂ ਤੇ ਕਰਦੇ। ਪਹਿਲਾਂ ਖੂਹ ਸੀ, ਅੱਜ ਕੱਲ੍ਹ ਟੂਟੀਆਂ ਲੱਗੀਆਂ ਹੋਈਆਂ। ਸਿੱਧਾ ਹੀ ਜਾ ਕੇ ਨਹੀਂ ਅੰਮ੍ਰਿਤ ਸਰੋਵਰ 'ਚ ਵੜਨਾ, ਬੇਅਦਬੀ ਹੁੰਦੀ ਹੈ। ਪਹਿਲਾਂ ਟੂਟੀਆਂ ਤੇ ਇਸ਼ਨਾਨ ਕੀਤਾ। ਅੱਜ ਕੱਲ੍ਹ ਟੂਟੀਆਂ ਹਨ, ਪਹਿਲਾਂ ਖੂਹ ਸੀਗੇ। ਗੁਰੂ ਸਾਹਿਬ ਜੀ ਖੂਹ ਦੇ ਉੱਤੇ ਗਏ ਹਨ ਤੇ ਇਸ਼ਨਾਨ ਕੀਤਾ ਹੈ। ਪੁਨਹ ਸਦਾਸਰ ਗਮਨੇ ਤੀਰ। ਫਿਰ ਸਰੋਵਰ ਤੇ ਗਏ ਹਨ। ਕਰਕੇ ਨਮੋ ਨਹਾਨੇ ਧੀਰ। ਸਰੋਵਰ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਸਰੋਵਰ 'ਚ ਇਸ਼ਨਾਨ ਕੀਤਾ ਗੁਰੂ ਜੀ ਨੇ। ਤਖਤ ਅਕਾਲ ਪਹੀ ਅਰਦਾਸ। ਫਿਰ ਕੱਪੜੇ ਪਾ ਕੇ ਬਸਤਰ ਨਵੇਂ ਸਾਫ ਸੁਥਰੇ ਤੇ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਵਾਈ। ਇਹ ਮਰਿਆਦਾ ਬੰਦ ਨੇ ਵੀ ਤਖਤਾਂ ਦੇ ਉੱਤੇ ਜਾਣਾ, ਪਹਿਲਾਂ ਅਰਦਾਸ ਤਖਤ ਤੇ ਹੁੰਦੀ ਹੈ। ਅੱਜ ਕੱਲ੍ਹ ਦੇ ਨੂੰ ਨਹੀਂ ਪਤਾ, ਉਹ ਪਹਿਲਾਂ ਹਰਿਮੰਦਰ ਸਾਹਿਬ ਜਾਂਦੇ ਆ, ਫਿਰ ਅਕਾਲ ਤਖਤ ਤੇ ਪਤਾ ਨਹੀਂ ਮੱਥਾ ਟੇਕਦੇ ਕਿ ਨਹੀਂ ਟੇਕਦੇ। ਅਕਾਲ ਤਖਤ ਸਾਹਿਬ ਤੇ ਕੋਈ ਜਾਂਦਾ, ਜ਼ਿਆਦਾ ਹਰਿਮੰਦਰ ਸਾਹਿਬ ਹੀ ਜਾਂਦੇ। ਹਰਿਮੰਦਰ ਸਾਹਿਬ ਦਾ ਰੁਤਬਾ ਵੱਡਾ ਹੀ ਹੈ, ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਹੈ ਪੰਥ ਦੀ, ਸ਼ਸਤਰਧਾਰੀ ਫੌਜਾਂ ਦੀ, ਖਾਸ ਕਰਕੇ ਨਿਹੰਗ ਸਿੰਘ ਫੌਜਾਂ ਨੂੰ ਹੁਕਮ ਹੈ ਵੀ ਪਹਿਲਾਂ ਅਕਾਲ ਤਖਤ ਤੇ ਮੱਥਾ ਟੇਕਣਾ, ਉੱਥੇ ਅਰਦਾਸ ਕਰਾਉਣੀ ਹਾਜ਼ਰੀ ਦੀ, ਫਿਰ ਹਰਿਮੰਦਰ ਸਾਹਿਬ ਜਾਣਾ। ਇਹ ਮਰਿਆਦਾ ਦਲਾਂ ਪੰਥਾਂ ਵਿੱਚ ਤਾਂ ਅਜੇ ਵੀ ਕਾਇਮ ਹੈ, ਬਾਕੀ ਜਿਹੜੀ ਆਮ ਸੰਗਤ ਹੈ ਉਹਨਾਂ ਨੂੰ ਪਤਾ ਨਹੀਂ। ਸੋ ਸਤਿਗੁਰੂ ਜੀ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਨੇ, ਆਪਣੀ ਹਾਜ਼ਰੀ ਦੀ ਅਰਦਾਸ ਕਰਵਾਈ ਹੈ। ਸੰਗ ਸਮੂਹ ਸਪਟ ਅਰਦਾਸ। ਨਾਲ ਹੀ ਫੌਜ ਬਾਬਾ ਬਿਧੀ ਚੰਦ ਜੀ ਸਾਰੇ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸਾ ਸੋਧਿਆ ਹਾਜ਼ਰੀ ਦਾ। ਪਾਰ ਦਰਸ਼ਨੀ ਪੁੰਨ ਚੱਲ ਗਏ। ਸ੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕ ਕੇ
ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਦਰਸ਼ਨੀ ਡਿਉਢੀ ਹੈ, ਦਰਸ਼ਨੀ ਦਰਵਾਜ਼ਾ, ਉੱਥੇ ਗਏ ਹਨ। ਹਾਥ ਜੋੜ ਕਰ ਨਮਰੀ ਭਏ, ਉੱਥੇ ਹੱਥ ਜੋੜ ਕੇ ਡਿਉਢੀ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਫੇਰ ਪਹੁੰਚ ਦਰਬਾਰ ਅਗਾਰੀ, ਫਿਰ ਅੱਗੇ ਵਧੇ ਹਨ ਪੁਲ ਦੇ ਉੱਤੇ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਇਸ ਤਰ੍ਹਾਂ ਪ੍ਰੇਮ ਦੇ ਵਿੱਚ ਭਿੱਜੇ ਹੋਏ ਸਾਰੇ ਸਿੱਖ, ਸਾਰੀਆਂ ਫੌਜਾਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹੁੰਚੇ ਹਨ। ਹਾਥ ਜੋੜ ਕਰ ਬੰਧਨ ਧਾਰੀ, ਹੱਥ ਜੋੜ ਕੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਚਤੁਰ ਪ੍ਰਕਰਮਾ ਦੇ ਕਰ ਬਰੇ, 4 ਪਰਿਕਰਮਾ ਕਰਕੇ ਦਰਬਾਰ ਸਾਹਿਬ ਦੇ ਅੰਦਰ ਵੜੇ ਹਨ ਨਮੋ ਕਰੀ ਅੰਤਰ ਗਰਥਿਰੇ, ਤੇ ਨਮਸਕਾਰ ਕਰਕੇ ਅੰਦਰ ਬੈਠ ਗਏ ਹਨ। ਪੰਚਾਮ੍ਰਿਤ ਸੋ ਤਹਾਂ ਵਰਤਾਏ, ਜਿਹੜੀ ਦੇਗ ਲਿਆਂਦੀ ਸੀ ਕੜਾਹ ਪ੍ਰਸ਼ਾਦ ਦੀ, ਉਹਨੂੰ ਭੋਗ ਲਾਇਆ ਤੇ ਹਰਿਮੰਦਰ ਸਾਹਿਬ ਵਿੱਚ ਵਰਤਾ ਦਿੱਤੀ ਹੈ। ਬਹਰ ਅਕਾਲ ਤਖਤ ਕੋ ਆਏ, ਵਾਪਸ ਫਿਰ ਅਕਾਲ ਤਖਤ ਸਾਹਿਬ ਤੇ ਆ ਗਏ ਹਨ। ਬੈਠ ਵਿਸਾਲ ਲਗਾਏ ਦੀਵਾਨ, ਅਕਾਲ ਤਖਤ ਦੇ ਉੱਤੇ ਬੈਠ ਕੇ ਵੱਡਾ ਦੀਵਾਨ ਸਜਾ ਲਿਆ ਹੈ। ਪੁਨ ਜਨ ਸੁਨ ਸੁਨ ਦੇਖਾ ਹੈ ਆਨ, ਲੋਕ ਆ ਕੇ ਗੁਰੂ ਜੀ ਦੇ ਦਰਸ਼ਨ ਕਰਨ ਲੱਗੇ। ਅੰਮ੍ਰਿਤਸਰ ਦੇ ਵਸਨੀਕ ਸਿੱਖਾਂ ਨੂੰ ਪਤਾ ਲੱਗਾ ਵੀ ਮਹਾਰਾਜ ਆਏ ਨੇ, ਕਈ ਮਹੀਨਿਆਂ ਬਾਅਦ, ਸਾਲਾਂ ਬਾਅਦ ਆਏ ਨੇ। ਇਸ ਕਰਕੇ ਸੰਗਤਾਂ ਬੜੇ ਉਤਸ਼ਾਹ ਨਾਲ ਦਰਸ਼ਨ ਕਰਨ ਲਈ ਪਹੁੰਚ ਗਈਆਂ ਸ੍ਰੀ ਅਕਾਲ ਤਖਤ ਸਾਹਿਬ। ਅਰਪ ਕਰ ਗਨ ਉਪਹਾਰ, ਮਹਾਰਾਜ ਨੂੰ ਬਹੁਤ ਉਪਹਾਰ ਭੇਟਾਂ ਕੀਤੇ। ਬੜੀਆਂ ਵਧੀਆ ਵਧੀਆ ਭੇਟਾਵਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਭੇਟਾਂ ਕੀਤੀਆਂ ਹਨ। ਸਤਿਗੁਰਾਂ ਦੇ ਦਰਸ਼ਨਾਂ ਦੀ ਭੇਟਾ ਦਿੱਤੀ ਹੈ। ਬਾਰ ਬਾਰ ਭਿਖ ਕਰ ਬਲਿਹਾਰ, ਸ਼ਹਿਰ ਦੇ ਸਿੱਖ, ਅੰਮ੍ਰਿਤਸਰ ਦੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਆ ਗਏ ਨੇ। ਬੀਬੀਆਂ, ਬੱਚੇ ਵੀ ਆ ਗਏ ਨੇ। ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਕਰਕੇ ਬਲਿਹਾਰ ਜਾ ਰਹੇ ਨੇ, ਵਾਰੇ ਵਾਰੇ ਜਾ ਰਹੇ ਨੇ, ਕੁਰਬਾਨ ਜਾ ਰਹੇ ਨੇ। ਬੰਧਨ ਕਰ ਹੈ ਆਨੰਦ ਬਿਲੰਦ ਹੈ, ਔਰ ਮਹਾਰਾਜ ਨੂੰ ਮੱਥਾ ਟੇਕਦੇ ਨੇ, ਬੜੇ ਪ੍ਰੇਮ ਨਾਲ, ਆਨੰਦ ਨਾਲ ਦਰਸ਼ਨ ਕਰਦੇ ਨੇ। ਅਵਲੋਕ ਹੈ ਸ਼੍ਰੀ ਹਰਗੋਬਿੰਦ ਹੈ, ਔਰ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਦੇ ਨੇ ਹਮਰੋ ਗੁਰ ਸੁਆਮੀ ਸੁਖ ਧਾਮ, ਤੇ ਕਹਿੰਦੇ ਨੇ ਸਾਡੇ ਸਤਿਗੁਰੂ ਸੁੱਖਾਂ ਦੇ ਘਰ ਨੇ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸ਼ਰਣੀ ਪਾਈ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਇੱਦਾਂ ਸਾਰੇ ਜਪਦੇ ਨੇ। ਜਥਾ ਅਯੋਧਿਆ ਕੇ ਸ਼੍ਰੀ ਰਾਮ, ਜਿਸ ਤਰ੍ਹਾਂ ਸਾਧ ਸੰਗਤ ਜੀ ਭਗਵਾਨ ਸ੍ਰੀ ਰਾਮ ਚੰਦਰ ਜੀ ਅਯੋਧਿਆ ਦੇ ਨਾਥ ਸਨ ਤੇ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਨਾ ਜਦੋਂ, ਤੇ ਅਯੋਧਿਆ ਦੇ ਵਿੱਚ ਘਿਓ ਦੇ ਦੀਵੇ ਬਾਲੇ ਸੀ, ਖੁਸ਼ੀ ਮਨਾਈ ਸੀ। ਸਾਡੇ ਸ਼ਹਿਰ ਦੇ ਮਾਲਕ ਆ ਗਏ ਨੇ, ਸਾਡੀ ਅਯੋਧਿਆ ਦੇ ਰਾਜੇ ਆ ਗਏ ਨੇ, ਸਾਡੇ ਪ੍ਰਭੂ ਆ ਗਏ ਨੇ। ਇਹਨਾਂ ਅਯੋਧਿਆ ਦੇ ਸਿੱਖਾਂ ਲੋਕਾਂ ਨੂੰ ਚਾਹ ਚੜਿਆ ਸੀ। ਅੱਜ ਸ੍ਰੀ ਅੰਮ੍ਰਿਤਸਰ ਦੇ ਮਾਲਕ ਆਏ ਨੇ, ਮਹਾਰਾਜ ਛੇਵੇਂ ਪਾਤਸ਼ਾਹ ਜੀ। ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ 'ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਨਿਸਾ ਭਈ ਮੰਦਰ ਮਹਿ ਆਏ, ਰਾਤ ਹੋਈ ਹੈ। ਸਤਿਗੁਰੂ ਆਪਣੇ ਮਹਿਲਾਂ ਵਿੱਚ, ਗੁਰੂ ਕੇ ਮਹਿਲ ਗੁਰਦੁਆਰਾ ਅੱਜ ਕੱਲ੍ਹ ਉੱਥੇ ਬਣਿਆ ਹੋਇਆ। ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਸਥਾਨ ਵੀ ਹੈ ਅਤੇ ਇਹ ਗੁਰੂ ਰਾਮਦਾਸ ਜੀ ਨੇ ਮਹਿਲ ਬਣਾਏ ਸੀ। ਇਹਨਾਂ ਵਿੱਚ ਹੀ ਗੁਰੂ ਅਰਜਨ ਦੇਵ ਜੀ 25 ਸਾਲ ਨਿਵਾਸ ਕੀਤਾ ਹੈ। ਇਹਨਾਂ ਮਹਿਲਾਂ ਵਿੱਚ ਹੀ ਅੱਗੇ ਫਿਰ ਗੁਰੂ ਹਰਗੋਬਿੰਦ ਸਾਹਿਬ ਬਹੁਤ ਸਮਾਂ ਰਹਿ ਕੇ ਗਏ ਨੇ। ਅੱਜ ਫੇਰ ਇਹਨਾਂ ਮਹਿਲਾਂ ਵਿੱਚ ਆ ਗਏ ਨੇ। ਖਾਨ ਪਾਨ ਕਰ ਸਭ ਸਪਤਾਏ, ਖਾਨ ਪਾਨ ਲੰਗਰ ਪ੍ਰਸ਼ਾਦਾ ਛਕ ਕੇ ਸਾਰੇ ਆਪਣੇ ਆਪਣੇ ਆਸਣਾਂ ਤੇ ਸੁਤੇ ਨੇ। ਭਈ ਪ੍ਰਭਾਤ ਪਠਿਓ ਇੱਕ ਦਾਸ, ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ, ਦਿਨ ਚੜ੍ਹ ਗਿਆ। ਅਗਲਾ ਦਿਨ ਮਹਾਰਾਜ ਨੇ ਇੱਕ ਸੇਵਾਦਾਰ ਭੇਜਿਆ ਹੈ। ਕਹਿਓ ਜਾਹੁ ਪੈਂਦੇ ਖਾਂ ਪਾਸ, ਉਹਨੂੰ ਕਿਹਾ ਤੂੰ ਕਰਤਾਰਪੁਰ ਚਲਾ ਜਾ, ਪੈਂਦੇ ਖਾਂ ਨੂੰ ਸਾਡਾ ਸੁਨੇਹਾ ਲਾ ਦੇ ਅਨਹੁ ਹਮਰੇ ਨਿਕਟ ਬੁਲਾਏ, ਕਿ ਤੈਨੂੰ ਗੁਰੂ ਸਾਹਿਬ ਬੁਲਾਉਂਦੇ ਨੇ, ਅੰਮ੍ਰਿਤਸਰ ਆ ਜਾ। ਪੈਂਦੇ ਖਾਂ ਨੂੰ ਅੰਮ੍ਰਿਤਸਰ ਲੈ ਆ ਜਾ ਕੇ। ਦੀਪ ਮਾਲ ਤੇ ਪ੍ਰਥਮੇ ਆਏ, ਪੈਂਦੇ ਖਾਂ ਨੂੰ ਆਖੀ ਵੀ ਦੀਵਾਲੀ ਤੋਂ ਪਹਿਲਾਂ ਆ ਜਾਵੇ, ਦੀਵਾਲੀ ਦੇ ਮੇਲੇ ਤੋਂ ਪਹਿਲਾਂ ਪਹਿਲਾਂ ਅੰਮ੍ਰਿਤਸਰ ਪਹੁੰਚ ਜਾਵੇ ਪੈਂਦਾ ਖਾਨ।
ਦੁਤਿਓ ਗੋਇੰਦਵਾਲ ਪਠਾਵਾ। ਤੇ ਦੂਜਾ ਸਿੱਖ ਸ੍ਰੀ ਗੋਇੰਦਵਾਲ ਸਾਹਿਬ ਵੱਲ ਭੇਜ ਦਿੱਤਾ ਹੈ। ਸਭ ਕਟੰਬ ਕੋ ਤਬ ਹੈ ਬੁਲਾਵਾ। ਉੱਥੇ ਸਾਰਾ ਪਰਿਵਾਰ ਹੈ। ਬੀਬੀ ਬੀਰੋ ਦੇ ਵਿਆਹ ਤੋਂ ਬਾਅਦ ਝਬਾਲ ਤੋਂ ਤਰਨਤਾਰਨ ਤੇ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਗਏ ਸੀ ਮਹਾਰਾਜ। ਪਰਿਵਾਰ ਗੋਇੰਦਵਾਲ ਸਾਹਿਬ ਛੱਡ ਕੇ ਆਪ ਕਰਤਾਰਪੁਰ ਚਲੇ ਗਏ ਸੀ। ਕਰਤਾਰਪੁਰ ਤੋਂ ਸ੍ਰੀ ਹਰਗੋਬਿੰਦਪੁਰੇ ਚਲੇ ਗਏ, ਉੱਥੋਂ ਰਮਦਾਸ ਚਲੇ ਗਏ। ਲੰਮਾ ਟੂਰ ਬਣ ਗਿਆ ਮਹਾਰਾਜ ਦਾ। ਕਈ ਮਹੀਨੇ ਲਗਭਗ ਸਾਲ ਬਾਅਦ ਵਾਪਸ ਅੰਮ੍ਰਿਤਸਰ ਆਏ। ਤੇ ਹੁਣ ਸਤਿਗੁਰੂ ਜੀ ਕਹਿੰਦੇ ਵੀ ਸਾਡਾ ਪਰਿਵਾਰ ਗੋਇੰਦਵਾਲ ਸਾਹਿਬ ਠਹਿਰਿਆ ਹੋਇਆ। ਸਾਡੇ ਬੱਚਿਆਂ ਨੂੰ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਤੇਗ ਬਹਾਦਰ ਜੀ, ਸਾਰੇ ਪਰਿਵਾਰ ਨੂੰ ਤੇ ਸਾਡੀ ਬੱਚੀ ਨੂੰ ਬੀਬੀ ਬੀਰੋ ਨੂੰ ਵੀ ਸੁਨੇਹਾ ਦਿਓ ਵੀ ਸਾਰੇ ਦੀਵਾਲੀ ਦੇ ਮੇਲੇ ਤੇ ਅੰਮ੍ਰਿਤਸਰ ਆ ਜਾਣ। ਦੋਨੋਂ ਦੇਸ਼ ਦੋਨੋਂ ਚੱਲ ਗਏ। ਇੱਕ ਸੇਵਾਦਾਰ ਗੁਰੂ ਦਾ ਭੇਜਿਆ ਕਰਤਾਰਪੁਰ ਸਾਹਿਬ ਪੈਂਦੇ ਖਾਨ ਨੂੰ ਲੈਣ ਚਲਾ ਗਿਆ ਤੇ ਦੂਸਰਾ ਸੇਵਾਦਾਰ ਗੁਰੂ ਦੇ ਪਰਿਵਾਰ ਨੂੰ ਸੁਨੇਹਾ ਲਾਉਣ ਲਈ ਗੋਇੰਦਵਾਲ ਸਾਹਿਬ ਚਲਾ ਗਿਆ। ਗੁਰੂ ਸੰਦੇਸ਼ਾ ਭਾਖਤ ਭਏ। ਤੇ ਇਹਨਾਂ ਸੇਵਾਦਾਰਾਂ ਨੇ ਜਾ ਕੇ ਗੁਰੂ ਮਹਾਰਾਜ ਦਾ ਸੁਨੇਹਾ ਦੋਵਾਂ ਥਾਵਾਂ ਤੇ ਦੇ ਦਿੱਤਾ। ਕਹਿ ਦਮੋਦਰੀ ਸੰਗ ਸੁਨਾਏ। ਮਾਤਾ ਦਮੋਦਰੀ ਜੀ ਵੱਡੇ ਸਨ ਉਸ ਵੇਲੇ ਗੁਰੂ ਕੇ ਮਹਿਲ 6ਵੇਂ ਪਾਤਸ਼ਾਹ ਦੇ। ਉਹਨਾਂ ਨੂੰ ਜਾ ਕੇ ਸੇਵਾਦਾਰ ਨੇ ਮੱਥਾ ਟੇਕਿਆ ਤੇ ਮਾਤਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਸੁੰਦਰ ਕੋ ਲਿਹੋ ਸੰਗ ਬੁਲਾਏ। ਨਾਲੇ ਵੀ ਕਿਹਾ ਕਿ 6ਵੇਂ ਪਾਤਸ਼ਾਹ ਦਾ ਹੁਕਮ ਹੈ ਵੀ ਬਾਬਾ ਸੁੰਦਰ ਜੀ ਨੂੰ ਨਾਲ ਲੈ ਕੇ ਆਉਣਾ। ਬਾਬਾ ਸੁੰਦਰ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਇਹ ਗੁਰੂ ਅਮਰਦਾਸ ਜੀ ਦੇ ਪੜ ਪੋਤਰੇ ਸਨ। ਬਾਬਾ ਸੁੰਦਰ ਜੀ ਆਨੰਦ ਦੇ ਪੁੱਤਰ ਸਨ, ਬਾਬੇ ਮੋਹਰੀ ਦੇ ਪੋਤਰੇ ਸਨ, ਸ੍ਰੀ ਗੁਰੂ ਅਮਰਦਾਸ ਜੀ ਦੇ ਪੜ ਪੋਤਰੇ ਸਨ। ਮਹਾਰਾਜ ਨੇ ਹੁਕਮ ਦਿੱਤਾ ਸੀ ਵੀ ਦੀਵਾਲੀ ਦੇ ਮੇਲੇ ਤੇ ਬਾਬਾ ਸੁੰਦਰ ਜੀ ਵੀ ਆਉਣ ਤੇ ਸਾਨੂੰ ਦਰਸ਼ਨ ਬਖਸ਼ਣ। ਚਲੋ ਸਦਾਸਰ ਕਰੇ ਬੁਲਾਵਨ। ਤੇ ਸੇਵਾਦਾਰ ਨੇ ਮਾਤਾ ਦਮੋਦਰੀ ਜੀ ਨੇ ਬਾਬਾ ਸੁੰਦਰ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਤੁਹਾਨੂੰ ਗੁਰੂ ਸਾਹਿਬ ਯਾਦ ਕਰ ਰਹੇ ਹੈ। ਅੰਮ੍ਰਿਤਸਰ ਐਤਕੀ ਦੀਪਮਾਲਾ ਦਾ ਮੇਲਾ ਵੱਡਾ ਲੱਗਣਾ। ਆਪ ਜੀ ਗੁਰੂ ਅਮਰਦਾਸ ਜੀ ਦੇ ਪਰਿਵਾਰ ਚੋਂ ਇਸ ਵੇਲੇ ਵੱਡੇ ਹੋ, ਇਸ ਕਰਕੇ ਤੁਸੀਂ ਚਲੋ ਅੰਮ੍ਰਿਤਸਰ। ਸੁਨ ਸਗਰੇ ਉਰ ਪੇ ਹਰ ਖਾਵਨ। ਇਹ ਬਚਨ ਸੁਣ ਕੇ ਬਾਬਾ ਸੁੰਦਰ ਜੀ ਬੜੇ ਖੁਸ਼ ਹੋਏ। ਮਾਤਾ ਦਮੋਦਰੀ ਜੀ ਨੂੰ ਵੀ ਸਾਰੇ ਪਰਿਵਾਰ ਨੂੰ ਵੀ ਖੁਸ਼ੀ ਹੋਈ। ਉਧਰੋਂ ਗੁਰੂ ਅਮਰਦਾਸ ਦੇ ਪਰਿਵਾਰ ਨੂੰ ਵੀ ਖੁਸ਼ੀ ਹੋਈ। ਹਾਂਜੀ। ਸਭ ਕਟੰਬਲੇ ਸੁੰਦਰ ਸੰਗ। ਬਾਬਾ ਸੁੰਦਰ ਜੀ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਗਮਨੇ ਮਾਰਗ ਚੜੇ ਤੁਰੰਗ। ਘੋੜਿਆਂ ਤੇ ਗੱਡਿਆਂ ਤੇ ਗੜਬਹਿਲਾਂ ਤੇ ਪਾਲਕੀਆਂ 'ਚ ਸਵਾਰ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ ਜੀ ਤੋਂ ਚੱਲ ਪਏ ਹਨ। ਆਏ ਸਦਾਸਰ ਵਿਖੇ ਪ੍ਰਵੇਸ਼ੇ। ਔਰ ਸ੍ਰੀ ਅੰਮ੍ਰਿਤਸਰ ਆ ਗਏ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਗੁਰੂ ਦੀ ਨਗਰੀ ਵਿੱਚ ਪ੍ਰਵੇਸ਼ ਕੀਤਾ ਹੈ। ਉਤਰੇ ਆਪਣੇ ਸਦਨ ਵਿਸ਼ੇਸ਼ੇ। ਔਰ ਆਪਣੇ ਘਰ ਦੇ ਵਿੱਚ ਜਿਹੜੇ ਗੁਰੂ ਕੇ ਮਹਿਲ ਹਨ ਉੱਥੇ ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਹਾਦੇਵੀ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨੇ ਮਹਿਲ ਆਪਣੇ ਪੁੱਤਰਾਂ ਸਮੇਤ। ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 3 ਮਹਿਲ ਸਨ। ਵੱਡੇ ਮਾਤਾ ਦਮੋਦਰੀ ਜੀ ਜਿਨ੍ਹਾਂ ਦੀ ਕੁੱਖ ਤੋਂ ਇੱਕ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ। ਬਾਬਾ ਗੁਰਦਿੱਤਾ ਜੀ ਤੇ ਬੀਬੀ ਬੀਰੋ ਇਹ ਮਾਤਾ ਦਮੋਦਰੀ ਦੇ ਪੇਟ ਤੋਂ ਪੈਦਾ ਹੋਏ। ਬਾਬਾ ਸੂਰਜਮਲ ਜੀ ਮਾਤਾ ਮਹਾਦੇਵੀ ਜੀ ਦੇ ਪੇਟ ਤੋਂ ਪੈਦਾ ਹੋਏ। ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ 3 ਪੁੱਤਰ ਗੁਰੂ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਪੈਦਾ ਹੋਏ। ਇਸ ਤਰ੍ਹਾਂ ਇਹ ਤਿੰਨੇ ਮਾਤਾਵਾਂ ਆਪਣੇ ਪਰਿਵਾਰਾਂ ਸਮੇਤ ਆ ਗਈਆਂ ਹਨ। ਸੁੰਦਰ ਚੱਲ ਗੁਰ ਕੇ ਢਿਗ ਆਇਓ। ਤੇ ਬਾਬਾ ਸੁੰਦਰ ਜੀ ਵੀ ਨਾਲ ਆਏ ਸਨ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਪਹੁੰਚੇ ਹਨ। ਪਦ ਅਰਬਿੰਦਨ ਕੋ ਲਪਟਾਇਓ। ਤੇ ਬਾਬਾ ਸੁੰਦਰ ਜੀ ਬੜੀ ਸ਼ਰਧਾ ਵਾਲੇ ਸਨ। ਭਾਵੇਂ ਉਮਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੋਂ ਵੱਡੇ ਸਨ, ਪਰ ਮਹਾਰਾਜ ਦੇ ਚਰਨਾਂ ਤੇ ਮੱਥਾ ਬੜੇ ਅਦਬ ਨਾਲ ਟੇਕਿਆ ਹੈ।
ਸਤਿਗੁਰ ਕੁਸ਼ਲ ਬੂਝ ਕਰ ਸਾਰੀ। ਤੇ ਬਾਬਾ ਸੁੰਦਰ ਜੀ ਦਾ ਗੁਰੂ ਸਾਹਿਬ ਨੇ ਵੀ ਬੜਾ ਸਤਿਕਾਰ ਕੀਤਾ, ਕਿਉਂਕਿ ਗੁਰੂ ਕੇ ਸਾਹਿਬਜ਼ਾਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪੜ ਪੋਤਰੇ ਹਨ। ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਪੁੱਛਦੇ, ਬਾਬਾ ਸੁੰਦਰ ਜੀ ਪਰਿਵਾਰ ਦਾ ਹਾਲ ਸੁਣਾਓ। ਸ੍ਰੀ ਗੋਇੰਦਵਾਲ ਸਾਹਿਬ ਸਾਰੇ ਠੀਕ ਨੇ? ਗੁਰੂ ਕੀ ਨਗਰੀ ਗੋਇੰਦਵਾਲ ਸਿੱਖੀ ਦਾ ਧੁਰਾ, ਉਹਦਾ ਕੀ ਹਾਲ ਹੈ? ਉੱਥੇ ਗੁਰੂ ਕੇ ਪਿਆਰ ਵਾਲੇ ਸਿੱਖ ਰਹਿੰਦੇ ਹਨ। ਨਿਕਟ ਬਿਠਾਇਓ ਮਰਦੁਲ ਉਚਾਰੀ। ਕੋਲ ਬਿਠਾ ਕੇ ਬੜੇ ਪਿਆਰ ਨਾਲ ਕੋਮਲ ਬਚਨਾਂ ਨਾਲ ਛੇਵੇਂ ਪਾਤਸ਼ਾਹ ਪੁੱਛਦੇ ਹਨ। ਪੁਨ ਉੱਠ ਕਰ ਗੁਰ ਮੰਦਰ ਗਏ। ਫਿਰ ਮਹਾਰਾਜ ਉੱਠ ਕੇ ਆਪਣੇ ਮਹਿਲਾਂ ਵਿੱਚ ਗਏ ਹਨ। ਸਭ ਕੇ ਸੰਗ ਮਿਲੇ ਸੁਖ ਦਏ। ਔਰ ਜਦੋਂ ਸਾਰੇ ਪਰਿਵਾਰ ਨੂੰ ਮਿਲੇ ਨੇ, ਪਰਿਵਾਰ ਬੜਾ ਖੁਸ਼ ਹੋਇਆ। ਸਾਰੇ ਪਰਿਵਾਰ ਨੂੰ ਮਾਤਾ ਦਮੋਦਰੀ ਜੀ ਨੇ, ਮਾਤਾ ਮਾਂ ਦੇਵੀ ਨੇ, ਮਾਤਾ ਨਾਨਕੀ ਨੇ ਆਪਣੇ ਪਤੀ ਪਰਮੇਸ਼ਰ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ ਨੇ ਆਪਣੇ ਪਿਤਾ ਦੇ ਦਰਸ਼ਨ ਕੀਤੇ। ਹਾਂਜੀ, ਸ਼੍ਰੀ ਗੁਰ ਦਿੱਤੇ ਬੰਧਨ ਕੀਨ। ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਉਹਨਾਂ ਮਹਾਂਪੁਰਸ਼ਾਂ ਨੇ ਵੀ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ ਹੈ। ਸੂਰਜ ਮਲ ਅਣ ਰਾਏ ਪ੍ਰਬੀਨ। ਦੂਸਰੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ, ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਬੰਸ ਜੋ ਇਸ ਵੇਲੇ ਮੌਜੂਦ ਹੈ, ਉਹ ਬਾਬਾ ਸੂਰਜਮਲ ਜੀ ਤੇ ਬਾਬਾ ਧੀਰਮਲ ਜੀ ਕਰਕੇ ਹੈ। ਬਾਬਾ ਧੀਰਮਲ ਜੀ ਪੋਤਰੇ ਸਨ। ਉਹਨਾਂ ਦਾ ਪਰਿਵਾਰ ਕਰਤਾਰਪੁਰ ਜਲੰਧਰ ਦੇ ਲਾਗੇ ਰਹਿੰਦਾ ਹੈ, ਜਿਨ੍ਹਾਂ ਵਿੱਚੋਂ ਬਾਬਾ ਵਡਭਾਗ ਸਿੰਘ ਜੀ ਸੋਢੀ, ਜਿਨ੍ਹਾਂ ਦਾ ਪਹਾੜਾਂ ਦੇ ਵਿੱਚ ਸਥਾਨ ਵੀ ਹੈ, ਊਨਾ ਸਾਹਿਬ ਤੋਂ ਵੀ ਉੱਪਰ ਉਹ ਪਰਿਵਾਰ ਹੈ। ਦੂਸਰਾ ਬਾਬਾ ਸੂਰਜਮਲ ਜੀ ਦਾ ਪਰਿਵਾਰ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਰਹਿੰਦਾ ਹੈ। ਹੁਣ ਤਾਂ ਉਹ ਬਹੁਤ ਫੈਲ ਚੁੱਕੇ ਹਨ, ਵੱਡੇ। ਸੋ ਬਾਕੀ ਸਤਿਗੁਰਾਂ ਦਾ ਪਰਿਵਾਰ ਨਹੀਂ ਹੈ ਹੋਰ, ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਦੇ ਵੀ ਦੋ ਪੁੱਤਰ ਸਨ, ਬਾਬਾ ਰਾਮ ਰਾਏ ਜੀ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਬਾਬਾ ਰਾਮ ਰਾਏ ਜੀ ਦੇ 4 ਵਿਆਹ ਹੋਏ, ਅੰਸ ਬੰਸ ਨਹੀਂ ਚੱਲੀ, ਅੱਗੇ ਬੱਚਾ ਨਹੀਂ ਕੋਈ ਹੋਇਆ, ਉੱਥੇ ਹੀ ਉਹ ਸਾਖ ਸਮਾਪਤ ਹੋ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵਿਆਹ ਵੀ ਨਹੀਂ ਕਰਾਇਆ, 8 ਸਾਲਾਂ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਤੇ ਇੱਧਰੋਂ ਬਾਬਾ ਧੀਰਮਲ ਜੀ ਤੋਂ ਅੰਸ ਬੰਸ ਚੱਲੀ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਅੰਸ ਬੰਸ ਜਿਹੜੀ ਹੈ ਉਹ ਖਾਲਸਾ ਪੰਥੀ ਹੈ, ਕਿਉਂਕਿ 4 ਸਾਹਿਬਜ਼ਾਦੇ 10ਵੇਂ ਪਾਤਸ਼ਾਹ ਦੇ ਸ਼ਹੀਦੀਆਂ ਪਾ ਗਏ, 2 ਚਮਕੌਰ ਦੀ ਗੜੀ ਵਿੱਚ, 2 ਸਰਹੰਦ ਦੇ ਵਿੱਚ। ਇਹ 6ਵੇਂ ਪਾਤਸ਼ਾਹ ਦੀ ਅੰਸ ਬੰਸ ਜਿਹੜੀ ਸੀ ਇਹ ਸ਼ਹੀਦ ਹੋ ਗਈ ਹੈ। ਤੇ ਜਿਹੜੀ ਸ਼ਾਖਾ ਹੈ ਬਾਬਾ ਅਣੀ ਰਾਏ ਜੀ ਤੇ ਅਟਲ ਰਾਏ ਜੀ, 2 ਪੁੱਤਰ, ਇਹਨਾਂ ਦੇ ਵਿਆਹ ਵੀ ਨਹੀਂ ਕਰਾਇਆ। ਛੋਟੀ ਉਮਰ ਵਿੱਚ ਬਾਬਾ ਅਟਲ ਰਾਏ ਜੀ ਸਮਾ ਗਏ ਤੇ ਬਾਬਾ ਅਣੀ ਰਾਏ ਜੀ ਵੀ ਕੁਆਰੇ ਹੀ ਸਰੀਰ ਛੱਡ ਗਏ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਮਹਾਰਾਜ ਦੇ 5 ਪੁੱਤਰਾਂ 'ਚੋਂ ਸਿਰਫ ਬਾਬਾ ਗੁਰਦਿੱਤਾ ਜੀ ਤੇ ਬਾਬਾ ਸੂਰਜਮਲ ਜੀ ਦੇ ਕਰਕੇ ਥੋੜ੍ਹਾ ਜਿਹਾ ਜੋ ਪਰਿਵਾਰ ਅੱਗੇ ਵਧਿਆ ਗੁਰੂ ਸਾਹਿਬ ਜੀ ਦਾ, ਹੁਣ ਤਾਂ ਬਹੁਤ ਵੱਧ ਗਿਆ। ਰਹੋ ਵਿਚਾਰ। ਸੋ ਇਹ ਸਾਹਿਬਜ਼ਾਦੇ ਆਪਣੇ ਪਿਤਾ ਜੀ ਨੂੰ ਮਿਲੇ ਹਨ ਸਾਰੇ ਹੀ। ਅਟਲ ਰਾਏ ਥਿਤ ਕਰ ਕਰ ਨਮੋ। ਬਾਬੇ ਅਟਲ ਰਾਏ ਜੀ ਛੋਟੇ ਹੀ ਸਨ, ਪਿਤਾ ਜੀ ਨੂੰ ਮੱਥਾ ਟੇਕਿਆ ਹੈ। ਪ੍ਰਿਆ ਸਤ ਚਤੁਰ ਪਖੇਤ ਹਸਮੋ। ਔਰ ਬਾਬਾ ਅਣੀ ਰਾਏ ਜੀ ਵੀ ਮਿਲੇ ਹਨ। 4 ਪੁੱਤਰਾਂ ਪਿਆਰਿਆਂ ਨੂੰ ਬੜੇ ਪਿਆਰ ਨਾਲ ਗੁਰੂ ਸਾਹਿਬ ਨੇ ਮਿਲਣਾ ਕੀਤਾ ਹੈ। ਤੇਗ ਬਹਾਦਰ ਅੰਕ ਉਠਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਦੋਂ ਗੋਦੀ ਵਿੱਚ ਹੀ ਸਨ, ਬਹੁਤ ਛੋਟੀ ਉਮਰ ਸੀ। ਉਹਨਾਂ ਨੂੰ ਵੱਡੀ ਭੈਣ ਬੀਬੀ ਵੀਰੋ ਗੋਦੀ ਚੁੱਕ ਕੇ ਲਿਆਈ ਹੈ। ਭਿਖਿਓ ਪਿਤਾ ਵੀਰੋ ਤਬ ਆਏ। ਬੀਬੀ ਵੀਰੋ ਆਪਣੇ ਛੋਟੇ ਵੀਰ ਤੇਗ ਬਹਾਦਰ ਨੂੰ ਗੋਦੀ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਿਤਾ ਦੇ ਕੋਲ ਆਈ ਹੈ। ਪਿਤਾ ਨੂੰ ਵੀ ਮਿਲੀ ਹੈ ਤੇ ਛੋਟੇ ਵੀਰ ਨੂੰ ਵੀ ਪਿਤਾ ਦੀ ਗੋਦੀ 'ਚ ਦਿੱਤਾ ਹੈ। ਸਦਾ ਅੰਕ ਤੇ ਸਤ ਕੋ ਲੀਨ। ਆਹਾ, ਮਹਾਰਾਜ 6ਵੇਂ ਪਾਤਸ਼ਾਹ ਆਪਣੀ ਧੀ ਦੇ ਕੋਲੋਂ ਆਪਣੇ ਸਭ ਤੋਂ ਛੋਟੇ ਲਾਡਲੇ ਪੁੱਤਰ ਤੇਗ ਬਹਾਦਰ ਨੂੰ ਆਪਣੀ ਗੋਦੀ 'ਚ ਲੈ ਲਿਆ ਹੈ।
ਸ਼੍ਰੀ ਗੁਰ ਪ੍ਰਿਆ ਦੁਲਾਰ ਬਹੁ ਕੀਨ। ਮਹਾਰਾਜ ਨੇ ਆਪਣੇ ਪਿਆਰੇ ਤੇਗ ਬਹਾਦਰ ਨੂੰ ਬਹੁਤ ਪਿਆਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਬਹੁਤ ਕਰਦੇ ਸਨ। ਇੱਕ ਵਾਰੀ ਅੱਗੇ ਕਥਾ ਆਉਣੀ ਹੈ ਵੀ ਮਾਤਾ ਨਾਨਕੀ ਪੁੱਛਦੀ ਹੈ ਕਿ ਮਹਾਰਾਜ ਪਿਆਰ ਤਾਂ ਤੇਗ ਬਹਾਦਰ ਨੂੰ ਕਰਦੇ ਹੋ ਤੇ ਗੱਦੀ ਤੁਸੀਂ ਹਰ ਰਾਏ ਨੂੰ ਦੇ ਚੱਲੇ ਹੋ, ਪੋਤਰੇ ਨੂੰ। ਤੇ ਮਹਾਰਾਜ ਕਹਿੰਦੇ ਨਾਨਕੀ ਸਮਾਂ ਆਵੇਗਾ ਇਹ ਗੱਦੀ ਫੇਰ ਮੁੜ ਕੇ ਇਹਦੇ ਕੋਲ ਆਵੇਗੀ ਔਰ ਇਹ ਉਹ ਕੰਮ ਕਰੇਗਾ ਜਿਹੜਾ ਦੁਨੀਆ ਤੇ ਕੋਈ ਕਰ ਹੀ ਨਹੀਂ ਸਕਿਆ। ਇਹ ਬੜਾ ਮਹਾਨ ਅਵਤਾਰੀ ਪੁਰਸ਼ ਹੈ, ਬੈਰਾਗੀ ਤੇ ਤਿਆਗੀ ਹੈ, ਇਹ ਧਰਮ ਦੀ ਰਾਖੀ ਕਰੇਗਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਪੂਰੇ ਹੋਏ। 11 ਨਵੰਬਰ ਮਘਰ ਸੁਦੀ ਪੰਚਮੀ 1732 ਬਿਕਰਮੀ 1675 ਈਸਵੀ ਨੂੰ ਚਾਂਦਨੀ ਚੌਂਕ ਵਿੱਚ ਧਰਮ ਦੀ ਰਾਖੀ ਲਈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ। ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀ। ਇਹੋ ਜਿਹੇ ਮਹਾਂਪੁਰਸ਼ ਨੂੰ ਗੁਰੂ ਹਰਗੋਬਿੰਦ ਸਾਹਿਬ ਗੋਦੀ 'ਚ ਬਿਠਾ ਕੇ ਪਿਆਰ ਕਰਦੇ ਹਨ। ਇਮ ਸਭ ਹਿਨ ਕੋ ਦਰਸ ਦਿਖਾਵਾ। ਇਸ ਤਰ੍ਹਾਂ ਸਾਰਿਆਂ ਨੂੰ ਦਰਸ਼ਨ ਦਿੱਤੇ ਹਨ, ਸਾਰੇ ਪਰਿਵਾਰ ਨੂੰ। ਦੇਖ ਦੇਖ ਸਭ ਮੋਦ ਉਪਾਵਾ। ਸਾਰੇ ਦੇਖ ਦੇਖ ਕੇ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਹਨ। ਇਤਨੇ ਮਹਿ ਸੰਗਤ ਬਹੁ ਆਈ। ਇਤਨੇ ਨੂੰ ਸਾਧ ਸੰਗਤ ਜੀ ਬਹੁਤ ਗੁਰੂ ਕੀ ਸੰਗਤ ਆ ਗਈ ਦਰਸ਼ਨਾਂ ਲਈ ਅਨਕ ਅਕੋਰ ਪਦਾਰਥ ਲਿਆਈ। ਔਰ ਬੜੀਆਂ ਭੇਟਾਵਾਂ ਲੈ ਕੇ ਆਈ ਹੈ ਸੰਗਤ। ਤਖਤ ਅਕਾਲ ਵਿਰਾਜੇ ਆਨ। ਮਹਾਰਾਜ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਦੀਵਾਨ ਸਜਾ ਲਿਆ ਤੇ ਸੰਗਤਾਂ ਨੂੰ ਦਰਸ਼ਨ ਦਿੱਤੇ। ਦਰਸਹਿ ਸਿੱਖ ਗਨ ਗੁਰ ਭਗਵਾਨ। ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਸੰਗਤਾਂ ਦਰਸ਼ਨ ਕਰਦੀਆਂ ਨੇ। ਪੈਂਦੇ ਖਾਨ ਪਹੁੰਚੇ ਦਿਨ ਮੈਲੇ। ਇਹਨੇ ਨੂੰ ਪੈਂਦੇ ਖਾਂ ਵੀ ਕਰਤਾਰਪੁਰ ਤੋਂ ਆ ਗਿਆ। ਸੰਗ ਭਾਰ ਜਾ ਲਿਆਏ ਸੁਹੇਲੇ। ਆਪਣੀ ਪਤਨੀ ਨੂੰ ਵੀ ਨਾਲ ਹੀ ਲੈ ਆਇਆ। ਮਿਲਿਓ ਗੁਰੂ ਸਨ ਕਰ ਪਗ ਨਮੋ। ਮਹਾਰਾਜ ਨੂੰ ਆ ਕੇ ਪੈਂਦੇ ਖਾਂ ਨੇ ਮੱਥਾ ਟੇਕਿਆ ਬੂਝ ਕੁਸ਼ਲ ਸਾਦਰ ਤਿਹ ਸਮੋ। ਤੇ ਸਤਿਗੁਰੂ ਜੀ ਨੇ ਆਖਿਆ ਉਹ ਪੈਂਦੇ ਖਾਂ ਠੀਕ ਠਾਕ ਹੋ, ਰਾਜੀ ਖੁਸ਼ੀ ਹੋ, ਪਰਿਵਾਰ ਸਾਰਾ ਹਾਲ ਚਾਲ ਆਪਣੀ ਦੇਹ ਰੋਗਤਾ ਬਾਰੇ ਦੱਸੋ। ਸਾਥ ਭਾਰ ਜਾ ਸੁਨ ਦੁਖ ਕਦਨ। ਕਹਿੰਦੇ ਨਾਲ ਘਰ ਵਾਲੀ ਵੀ ਲੈ ਕੇ ਆਇਆ। ਕਹਿੰਦਾ ਹਾਂ ਮਹਾਰਾਜ ਤੁਹਾਡੀ ਨੂੰਹ ਰਾਣੀ ਵੀ ਨਾਲ ਹੈ। ਇਹ ਪਠਾਨ ਸੀਗਾ ਪੈਂਦੇ ਖਾਂ, ਗੁਰੂ ਸਾਹਿਬ ਨੇ ਪੁੱਤਰਾਂ ਤਰ੍ਹਾਂ ਪਾਲਿਆ ਸੀ, ਇਸ ਕਰਕੇ ਗੁਰੂ ਸਾਹਿਬ ਨੂੰ ਆਪਣਾ ਪਿਤਾ ਹੀ ਮੰਨਦਾ ਸੀ। ਮਹਾਰਾਜ ਕਹਿੰਦੇ ਕੋਈ ਨਹੀਂ ਬੇਟਾ, ਤੇਰੇ ਵਾਸਤੇ ਘਰ ਜਿਹੜਾ ਮਾਤਾ ਕੌਲਾਂ ਜੀ ਲਈ ਬਣਾਇਆ ਉੱਥੇ ਨਿਵਾਸ ਕਰ ਲੈ। ਕੌਲਾ ਕੋ ਦੀਨ ਸਤਹ ਸਦਨ। ਮਾਤਾ ਕੌਲਾਂ ਜੀ ਜਿੱਥੇ ਰਹਿੰਦੇ ਸੀ ਨਾ, ਅੱਜ ਕੱਲ੍ਹ ਉੱਥੇ ਕੌਲਸਰ ਸਰੋਵਰ ਬਣਿਆ ਹੋਇਆ, ਗੁਰਦੁਆਰਾ ਵੀ ਬਣਿਆ ਹੋਇਆ। ਪਹਿਲਾਂ ਉੱਥੇ ਪੁਰਾਣੇ ਜ਼ਮਾਨੇ ਦਾ ਘਰ ਹੁੰਦਾ ਸੀ। ਅਸੀਂ ਦੇਖਿਆ ਅੱਜ ਤੋਂ 30 ਸਾਲ ਪਹਿਲਾਂ ਪੁਰਾਣੇ ਛੋਟੀਆਂ ਇੱਟਾਂ ਦਾ ਪੁਰਾਣਾ ਛੋਟਾ ਜਿਹਾ ਘਰ ਹੁੰਦਾ ਸੀ। ਮਹਾਰਾਜ ਨੇ ਪੈਂਦੇ ਖਾਂ ਨੂੰ ਦਿੱਤਾ ਵੀ ਜਿੱਥੇ ਕੌਲਾਂ ਰਹਿੰਦੀ ਹੁੰਦੀ ਸੀ, ਕਿਉਂਕਿ ਮਾਤਾ ਕੌਲਾਂ ਜੀ ਤਾਂ ਕਰਤਾਰਪੁਰ ਜਾ ਕੇ ਚੋਲਾ ਛੱਡ ਗਏ ਨੇ। ਉਹਨਾਂ ਦਾ ਸਥਾਨ ਉੱਥੇ, ਉਹਨਾਂ ਦੀ ਕਬਰ ਬਣੀ ਹੋਈ ਹੈ ਕਰਤਾਰਪੁਰ ਵਿੱਚ। ਕਹਿੰਦੇ ਪੈਂਦੇ ਖਾਂ ਨੂੰ ਉਹੀ ਘਰ ਦੇ ਦਿੱਤਾ ਰਹਿਣ ਵਾਸਤੇ। ਬਸਿਓ ਤਹਾਂ ਆਨੰਦ ਉਪਜਾਏ। ਬੜੇ ਆਨੰਦ ਨਾਲ ਉੱਥੇ ਰਹੇ ਹਨ ਮਾਤਾ ਕੌਲਾਂ ਜੀ। ਗੁਰ ਕਰਤੇ ਸਭ ਹੀ ਕੁਛ ਪਾਏ। ਉਸੇ ਜਗ੍ਹਾ ਤੇ ਪੈਂਦੇ ਖਾਂ ਵੀ ਬੜੇ ਆਨੰਦ ਨਾਲ ਦੀਵਾਲੀ ਦਾ ਮੇਲਾ ਮਨਾਉਣ ਲਈ ਆ ਠਹਿਰਿਆ। ਗੁਰੂ ਘਰ ਤੋਂ ਸਭ ਕੁਝ ਮਿਲਦਾ ਉਸ ਨੂੰ। ਚਾਰੋਂ ਦਿਸ਼ ਤੇ ਆਇਓ ਮੇਲਾ। ਬੜਾ ਮੇਲਾ ਭਰ ਗਿਆ, ਚਾਰੇ ਪਾਸਿਓਂ ਸੰਗਤਾਂ ਆਈਆਂ। ਕਰ ਇਸ਼ਨਾਨ ਤੇ ਜਨਮ ਸੁਹੇਲਾ। ਇਸ਼ਨਾਨ ਕੀਤੇ ਸਰੋਵਰ ਦੇ ਸੰਗਤਾਂ ਨੇ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਜਨਮ ਸਫਲਾ ਹੋਇਆ। ਦਰਸ਼ਨ ਕਰਹਿ ਗੁਰੂ ਬਰਬੀਰ। ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਂਬਲੀ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਹੋਏ ਬਹੁਤ ਸੰਗਤ ਕੀ ਭੀੜ। ਬੜੀ ਸੰਗਤਾਂ ਦੀ ਭੀੜ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗੀ ਹੈ। ਅਰਪ ਅਕੋਰਨ ਲਗਹਿ ਅੰਬਾਰਾ। ਭੇਟਾਵਾਂ ਚੜ੍ਹਦੀਆਂ ਅਕਾਲ ਤਖਤ ਤੇ, ਢੇਰ ਲੱਗ ਜਾਂਦੇ ਸੰਗਤਾਂ। ਕੋਈ ਸ਼ਸਤਰ ਲਿਆ ਰਿਹਾ, ਕੋਈ ਘੋੜਾ, ਕੋਈ ਤਲਵਾਰ, ਕੋਈ ਬੰਦੂਕ, ਕੋਈ ਢਾਲ, ਕੋਈ ਪੈਸੇ ਮਾਇਆ। ਏਦਾਂ ਸੰਗਤਾਂ ਭੇਟਾਂ ਚੜਾਉਂਦੀਆਂ ਨੇ। ਬਸਤਰ ਵਿਭੂਖਨ ਹੈ ਹਥਿਆਰਾ। ਬੜੇ ਚੰਗੇ ਸ਼ਸਤਰ, ਘੋੜੇ, ਗਹਿਣੇ, ਬਸਤਰ, ਸਭ ਤਰ੍ਹਾਂ ਦੀਆਂ ਭੇਟਾਵਾਂ ਆਉਂਦੀਆਂ ਨੇ। ਧਨ ਅਨਗਨ ਅਨ ਹੈ ਗੁਰ ਆਗੇ। ਗੁਰੂ ਸਾਹਿਬ ਦੇ ਅੱਗੇ ਅਣਗਿਣਤ ਮਾਇਆ ਚੜ੍ਹਦੀ ਹੈ। ਅਰਪ ਅਰਪ ਸਗਰੇ ਸੁਖ ਮੰਗੇ। ਔਰ ਜੋ ਜੋ ਸਿੱਖਾਂ ਦੀ ਅਰਦਾਸ ਹੁੰਦੀ ਹੈ, ਮੰਗ ਹੁੰਦੀ, ਗੁਰੂ ਸਾਹਿਬ ਪੂਰੀ ਕਰਦੇ ਨੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ।
ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀਪਮਾਲਾ ਦਾ ਮੇਲਾ ਮਨਾਉਣਗੇ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ